सतनाम वाहिगुरु साहिब जी। बलहारी गुर अपने द्योहाड़ी सदवार, जिन मानस ते देवते किए करत न लागी वार। जे सौ चंदा उगवहे सूरज चढ़े हजार, इते चानण हुंदियां गुर बिन घोर अंधार। बाणी गुरु गुरु है बाणी, बिच बाणी अमृत सारे। गुरबाणी कहै सेवक जन मानै, परतख गुरु निस्तारे। सज्जन सच्चा पातशाहो, सिर साहां दै साहो। जिस पास बैठिया सोहीऐ, सबना दा वेसाहो। सतनाम वाहिगुरु साहिब जी। गौड़ी महला पंजवा। अपने लोभ को कीनो मीत, सगल मनोरथ मुक्त पद चीदीत। अपने लोभ को कीनो मीत, सगल मनोरथ मुक्त पद जीत। ऐसा मीत करहो सब कोए, जाते बिरथा कोय ना होए। रहाओ अपने सुआए हृदय लै धारिया, दुख दर्द रोग सगल विदारिया। रसना गीधी बोलत राम, पूर्ण होए सगले काम। अनक बार नानक बलहारा, सफल दर्शन गोविंद हमारा। अनक बार नानक बलहारा, सफल दर्शन गोविंद हमारा। वाहिगुरु जी का खालसा, वाहिगुरु जी की फतेह। जुगो जुग अटल चवर तख्त दे मालक, दो जहान दे वाली, लोक परलोक दे राखे। जाहरा जहूर हाजरा हजूर, सर्ब कला भरपूर। जागदी जोत धन धन साहिब श्री गुरु ग्रंथ साहिब महाराज जी। साहिब श्री गुरु ग्रंथ साहिब महाराज जी का कोटान कोट शुकराना है कि गुरु ने बड़ी ही रहमत कृपा कीती है। संगतां नूं अमृत वेले दे खुले दर्शन दीदारे बख्शे हन। आओ अमृत वेले दी संभाल करते हुए धन धन साहिब श्री गुरु ग्रंथ साहिब महाराज जी के दर्शन दीदारे करते हुए गुरु दरबार के अंदर हाजरियां भरते हुए मन बिरतियां नूं एकाग्र करते हुए गुरु की बाणी बाणी की विचार श्रवण करते हुए साहिब श्री गुरु ग्रंथ साहिब महाराज जी नूं सीस झुकाउंदे हुए सारी संगत गज के फतेह बुलाउणा करिए जी। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब महाराज जी की अपार रहमत सदका काफ़ी समय तो लैके गुरु ग्रंथ साहिब महाराज जी की लड़ीवार विचार प्रारंभ है।
ਅੱਜ ਗੌੜੀ ਰਾਗ ਦੇ ਅੰਦਰ 195 ਅੰਗ ਤੇ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ। ਗੁਰੂ ਅਰਜਨ ਦੇਵ ਮਹਾਰਾਜ ਜੀ ਸੰਗਤਾਂ ਨੂੰ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਕਹਿਣ ਲੱਗੇ, ਆਪਣੇ ਲੋਭ ਕੋ ਕੀਨੋ ਮੀਤ। ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ ਕਿ ਹੇ ਭਾਈ, ਜਿਸ ਕਿਸੇ ਨੇ ਵੀ ਆਪਣੇ ਲੋਭ, ਆਪਣੇ ਲਾਲਚ ਵਾਸਤੇ ਕੀਨੋ ਮੀਤ, ਪਰਮੇਸ਼ਰ ਨੂੰ ਆਪਣਾ ਮੀਤ, ਪਰਮੇਸ਼ਰ ਨੂੰ ਆਪਣਾ ਸੱਜਣ ਬਣਾਉਣਾ ਕੀਤਾ ਹੈ। ਆਪਣੇ ਲੋਭ ਕੋ ਕੀਨੋ ਮੀਤ, ਹੈ ਭਾਈ, ਜਿਸ ਕਿਸੇ ਨੇ ਵੀ ਆਪਣੇ ਲੋਭ ਵਾਸਤੇ, ਆਪਣੇ ਲਾਲਚ ਵਾਸਤੇ ਪਰਮੇਸ਼ਰ ਨੂੰ ਆਪਣਾ ਸੱਜਣ, ਆਪਣਾ ਮਿੱਤਰ ਬਣਾਉਣਾ ਕੀਤਾ ਹੈ। ਸਾਗਲ ਮਨੋਰਥ ਮੁਕਤ ਪਦ ਦੀਤ। ਪਰਮੇਸ਼ਰ ਨੇ ਉਸਦੇ ਸਗਲ ਸਾਰੇ ਮਨੋਰਥ, ਸੰਕਲਪ ਪੂਰੇ ਕਰ ਦਿੱਤੇ ਹਨ ਅਤੇ ਮੁਕਤ ਪਦ ਦੀਤ, ਫਿਰ ਮੁਕਤੀ ਦੀ ਪਦ ਪਦਵੀ ਵੀ ਦੀਤ ਦੇ ਦਿੱਤੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਸਿੱਖ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਹੇ ਭਾਈ, ਜਿਸ ਕਿਸੇ ਨੇ ਵੀ ਆਪਣੇ ਲਾਲਚ, ਆਪਣੇ ਲੋਭ ਵਾਸਤੇ ਪਰਮੇਸ਼ਰ ਨੂੰ ਆਪਣਾ ਮਿੱਤਰ, ਆਪਣਾ ਸੱਜਣ ਬਣਾਉਣਾ ਕੀਤਾ ਹੈ। ਸਗਲ ਮਨੋਰਥ ਮੁਕਤ ਪਦ ਦੀਤ। ਪਰਮੇਸ਼ਰ ਨੇ ਉਸਦੇ ਸਗਲ ਸਾਰੇ ਮਨੋਰਥ, ਸਾਰੇ ਸੰਕਲਪ ਪੂਰੇ ਕਰ ਦਿੱਤੇ ਹਨ ਅਤੇ ਫਿਰ ਮੁਕਤੀ ਦੀ ਪਦਵੀ ਦੇ ਦਿੱਤੀ ਹੈ। ਜੋ ਪਰਮੇਸ਼ਰ ਹੈ ਉਸ ਨੂੰ ਮਿੱਤਰ ਬਣਾਉਣਾ ਚਾਹੀਦਾ ਹੈ। ਆਪਾਂ ਦੁਨਿਆਵੀ ਮਿੱਤਰ ਬਣਾਉਂਦੇ ਹਾਂ ਇੱਥੇ, ਪਰ ਜਿਨ੍ਹਾਂ ਨੇ ਉਸ ਪਰਮੇਸ਼ਰ ਨੂੰ ਮਿੱਤਰ, ਪਰਮੇਸ਼ਰ ਨੂੰ ਸੱਜਣ ਬਣਾਉਣਾ ਕੀਤਾ ਹੈ, ਪਰਮੇਸ਼ਰ ਉਹਨਾਂ ਦੇ ਸਾਰੇ ਮਨੋਰਥ ਪੂਰੇ ਕਰ ਦਿੰਦਾ ਹੈ ਤੇ ਮੁਕਤੀ ਦੀ ਪਦਵੀ ਵੀ ਦੇ ਦਿੰਦਾ ਹੈ, ਭਾਵ ਮੁਕਤ ਕਰ ਦਿੰਦਾ ਹੈ ਉਸ ਨੂੰ। ਪਰ ਆਪਾਂ ਦੁਨਿਆਵੀ ਲੋਕਾਂ ਦੇ ਵਿੱਚ ਦੁਨਿਆਵੀ ਲੋਕਾਂ ਨੂੰ ਹੀ ਮਿੱਤਰ ਬਣਾਉਣਾ ਚਾਹੁੰਦੇ ਹਾਂ। ਜਿਨ੍ਹਾਂ ਨੇ ਪਰਮੇਸ਼ਰ ਨੂੰ ਮਿੱਤਰ ਬਣਾਉਣਾ ਕੀਤਾ ਹੈ, ਸੱਜਣ ਬਣਾਉਣਾ ਕੀਤਾ ਹੈ, ਉਸ ਦੇ ਪਰਮੇਸ਼ਰ ਸਾਰੇ ਸੰਕਲਪ, ਸਾਰੇ ਮਨੋਰਥ ਪੂਰੇ ਕਰ ਦਿੰਦੇ ਹਨ, ਮੁਕਤੀ ਦੀ ਦਾਤ ਵੀ ਬਖਸ਼ ਦਿੰਦੇ ਹਨ। ਜੈਸੇ ਕਿ ਧਰੋਂ ਭਗਤ ਨੂੰ ਮੁਕਤੀ ਵੀ ਬਖਸ਼ੀ ਤੇ ਇਸੇ ਸਾਰੇ ਮਨੋਰਥ ਵੀ ਪੂਰੇ ਕਰ ਦਿੱਤੇ ਸੀ। ਧਰੋਂ ਭਗਤ ਸੋ ਸੀ ਜੋ ਉਸ ਨੂੰ ਰਾਜ ਗੱਦੀ ਵੀ ਦਿੱਤੀ ਤੇ ਮੁਕਤੀ ਦੀ ਪਦਵੀ ਵੀ ਬਖਸ਼ ਦਿੱਤੀ ਸੀ, ਮੁਕਤ ਵੀ ਕਰ ਦਿੱਤਾ ਸੀ। ਜਿਸ ਪ੍ਰਕਾਰ ਭਗਤ ਧਰੋਂ ਜੀ ਨੂੰ ਉੱਚ ਪਦਵੀ ਪ੍ਰਾਪਤ ਹੋਈ ਸੀ। ਭਾਗਵਤ ਵਿੱਚ ਅਤੇ ਵਿਸ਼ਨੂੰ ਪੁਰਾਣ ਦੇ ਅਨੁਸਾਰ ਭਗਤ ਧਰੋਂ ਜੀ ਰਾਜੇ ਉਤਾਨਪਾਦ ਦਾ ਪੁੱਤਰ ਸੀ। ਰਾਜੇ ਉਤਾਨਪਾਦ ਦੀਆਂ ਦੋ ਇਸਤਰੀਆਂ ਸਨ, ਇੱਕ ਸੁਨੀਤਾ ਤੇ ਦੂਜੀ ਸੁਰੁਚੀ ਕਿ ਦੋ ਇਸਤਰੀਆਂ ਸਨ ਰਾਜੇ ਉਤਾਨਪਾਦ ਦੇ। ਭਗਤ ਧਰੋਂ ਜੀ ਦਾ ਜਨਮ ਸੁਨੀਤੀ ਦੇ ਗਰਭ ਤੋਂ ਹੋਇਆ ਸੀ ਅਤੇ ਸੁਰੁਚੀ ਦੇ ਪੇਟ ਤੋਂ ਬਾਲਕ ਨੇ ਜਨਮ ਲਿਆ ਸੀ। ਉਸ ਦਾ ਨਾਮ ਉੱਤਮ ਸੀ। ਰਾਜੇ ਦਾ ਸੁਰੁਚੀ ਰਾਣੀ ਨਾਲ ਜ਼ਿਆਦਾ ਪਿਆਰ ਸੀ। ਇੱਕ ਦਿਨ ਰਾਜੇ ਉਤਾਨਪਾਦ ਨੇ ਆਪਣੀ ਗੋਦੀ ਵਿੱਚ ਸੁਰੁਚੀ ਰਾਣੀ ਦੇ ਪੁੱਤਰ ਉੱਤਮ ਨੂੰ ਬਿਠਾਇਆ ਹੋਇਆ ਸੀ। ਆਪਣੇ ਭਰਾ ਉੱਤਮ ਨੇ ਆਪਣੇ ਪਿਤਾ ਦੀ ਗੋਦੀ ਵਿੱਚ ਬੈਠਾ ਵੇਖ ਕੇ ਪੁੱਤਰ ਉੱਤਮ ਨੂੰ ਬਿਠਾਇਆ ਹੋਇਆ ਸੀ। ਆਪਣੇ ਭਰਾ ਉੱਤਮ ਨੂੰ ਆਪਣੇ ਪਿਤਾ ਦੀ ਗੋਦੀ ਵਿੱਚ ਬੈਠਾ ਵੇਖ ਕੇ ਧਰੋਂ ਵੀ ਆਪਣੇ ਪਿਤਾ ਦੀ ਗੋਦੀ ਵਿੱਚ ਜਾ ਬੈਠਾ।
कि जदों मेरा भरा उत्तम बैठा है, मैं भी अपने पिता की गोदी विच बैठा, जाके बैठ गया। ਤਾਂ ਸੁਰੁਚੀ ਰਾਣੀ ਨੇ ਚਪੇੜਾ ਮਾਰ ਕੇ ਰਾਜੇ ਦੀ ਗੋਦੀ ਵਿੱਚੋਂ ਧਰੋਂ ਨੂੰ ਉਠਾ ਦਿੱਤਾ ਤੇ ਕਿਹਾ ਕਿ ਹੇ ਬਾਲਕ, ਇਸ ਗੋਦੀ ਵਿੱਚ ਬੈਠਣ ਦਾ ਅਧਿਕਾਰ ਸਿਰਫ ਮੇਰੇ ਉਦਰ ਤੋਂ ਪੈਦਾ ਹੋਏ ਬਾਲਕ ਦਾ ਹੀ ਹੈ। ਧਰੋਂ ਇਹ ਗੱਲ ਸੁਣ ਕੇ ਰੋਂਦਾ ਰੋਂਦਾ ਆਪਣੀ ਮਾਂ ਸੁਨੀਤੀ ਕੋਲ ਆ ਗਿਆ ਤੇ ਗੋਦੀ ਵਿੱਚ ਬੈਠ ਗਿਆ ਤੇ ਹੌਂਕੇ ਲੈਂਦਾ ਹੋਇਆ ਕਹਿੰਦਾ ਕਿ ਮਾਂ, ਮੈਨੂੰ ਦੱਸ ਕੇ ਤੂੰ ਪਟਰਾਣੀ ਹੈ ਜਾਂ ਗੋਲੀ ਹੈ ਇਸ ਰਾਜੇ ਦੀ। ਤਾਂ ਮਾਂ ਨੇ ਕਹਿਣ ਲੱਗੀ ਕਿ ਹਾਂ ਪੁੱਤਰ, ਤੇਰੀ ਮਤਰੇਈ ਮਾਂ ਸੱਚ ਆਖਦੀ ਹੈ। ਤੂੰ ਮੇਰੀ ਜਿਹੀ ਅਭਾਗਣ ਦੇ ਪੇਟ ਵਿੱਚੋਂ ਜੰਮ ਕੇ ਰਾਜ ਸਿੰਘਾਸਣ 'ਤੇ ਕਿਵੇਂ ਬੈਠ ਸਕਦਾ ਹੈ? ਮੈਂ ਜਨਮ ਦੀ ਤਾਂ ਸਵਾਣੀ ਹੀ ਹਾਂ, ਪਰ ਪਰਮਾਤਮਾ ਦੀ ਭਗਤੀ, ਪਰਮਾਤਮਾ ਦਾ ਭਜਨ ਸਿਮਰਨ ਨਾ ਕਰਨ ਕਰਕੇ ਹੁਣ ਗੋਲੀਆਂ ਵਰਗੀ ਹੋਈ ਪਈ ਹਾਂ। ਤਾਂ ਧਰੋਂ ਅੱਗੋਂ ਕਹਿੰਦਾ ਹੈ ਕਿ ਹੇ ਮਾਂ, ਫਿਰ ਕਿਸ ਉਦਮ ਕਰਕੇ ਰਾਜ ਗੱਦੀ ਦੀ ਪ੍ਰਾਪਤੀ ਹੋਏਗੀ? ਤਾਂ ਮਾਂ ਨੇ ਅੱਗੋਂ ਸਿੱਖਿਆ ਦਿੱਤੀ ਕਿ ਹੇ ਪੁੱਤਰ, ਪਰਮੇਸ਼ਰ ਦੀ ਬੰਦਗੀ ਕਰਨ ਕਰਕੇ ਹੀ ਸਾਰੇ ਰਾਜ ਭਾਗ ਆਦਿਕ ਸੁੱਖ ਪ੍ਰਾਪਤ ਹੁੰਦੇ ਹਨ। ਇਹ ਸੁਣ ਕੇ ਧਰੋਂ ਨੇ ਆਪਣੀ ਮਾਤਾ ਦੇ ਪੈਰਾਂ 'ਤੇ ਮੱਥਾ ਟੇਕਿਆ ਤੇ ਬਾਹਰ ਜੰਗਲਾਂ ਵਿੱਚ ਤਪੱਸਿਆ ਕਰਨ ਲਈ ਚੱਲ ਪਿਆ। ਤਾਂ ਰਸਤੇ ਵਿੱਚ ਇਸ ਨੂੰ ਨਾਰਦ ਮੁਨੀ ਜੀ ਮਿਲੇ ਤੇ ਉਹਨਾਂ ਨੇ ਇਸ ਨੂੰ ਨਾਮ ਮੰਤਰ ਦਾ ਉਪਦੇਸ਼ ਦਿੱਤਾ। ਨਾਰਦ ਮੁਨੀ ਜੀ ਨੇ ਧਰੋਂ ਨੇ ਮਧੂਵਨ ਵਿੱਚ ਜਾ ਕੇ ਅਜਿਹਾ ਘੋਰ ਤਪ ਕੀਤਾ ਕਿ ਵਿਸ਼ਨੂੰ ਭਗਵਾਨ ਜੀ ਨੇ ਸਾਖਸਾਤ ਪ੍ਰਤੱਖ ਦਰਸ਼ਨ ਕਰਕੇ ਧਰੋਂ ਭਗਤ ਜੀ ਨੂੰ ਨਿਹਾਲ ਕੀਤਾ ਤੇ ਸਾਰੀਆਂ ਕਾਮਨਾਵਾਂ ਵੀ ਪੂਰੀਆਂ ਕਰ ਦਿੱਤੀਆਂ। ਫਿਰ ਜਦ ਧਰੋਂ ਤਪ ਕਰਕੇ ਵਾਪਸ ਆਇਆ ਤਾਂ ਇਸ ਦੇ ਪਿਤਾ ਨੇ ਸਾਰਾ ਰਾਜ ਭਾਗ ਇਸ ਨੂੰ ਦੇ ਦਿੱਤਾ। ਇਸ ਦਾ ਦੂਜਾ ਭਰਾ ਉੱਤਮ ਜੰਗਲ ਵਿੱਚ ਸ਼ਿਕਾਰ ਖੇਡਣ ਗਿਆ ਸੀ ਤਾਂ ਉੱਥੇ ਜੱਛਾਂ ਹੱਥੋਂ ਹੀ ਮਾਰਿਆ ਗਿਆ। ਇਸ ਦੀ ਮਤਰੇਈ ਮਾਂ ਸੁਰੁਚੀ ਆਪਣੇ ਪੁੱਤਰ ਨੂੰ ਭਾਲਣ ਗਈ, ਉਹ ਵੀ ਡੌਂ ਅਗਨੀ ਵਿੱਚ ਸੜ ਕੇ ਮਰ ਗਈ। ਇਸ ਪ੍ਰਕਾਰ ਧਰੋਂ ਨੇ ਨਿਸ਼ਚਿੰਤ ਹੋ ਕੇ 36,000 ਵਰ੍ਹੇ ਆਗਰੇ ਦਾ ਰਾਜਾ ਬਣ ਕੇ ਰਾਜ ਕੀਤਾ। ਫਿਰ ਅਚਲ ਪਦਵੀ ਨੂੰ ਵੀ ਪ੍ਰਾਪਤ ਹੋਇਆ। ਸਾਰੀ ਦੁਨੀਆ ਨੂੰ ਦੱਸ ਦਿੱਤਾ ਕਿ ਭਗਤੀ ਦਾ ਏਡਾ ਵੱਡਾ ਪ੍ਰਤਾਪ ਹੈ। ਜੋ ਭਾਵ ਕੇ ਧਰੋਂ ਨੇ ਆਪਣੇ ਲਾਲਚ ਵਾਸਤੇ ਆਪਣੇ ਲੋਭ ਕੋ ਕੀਨੋ ਮੀਤ, ਜੋ ਕਿ ਧਰੋਂ ਨੇ ਆਪਣੇ ਲਾਲਚ ਵਾਸਤੇ ਭਗਵਾਨ ਨੂੰ ਆਪਣਾ ਸੱਜਣ, ਆਪਣਾ ਮਿੱਤਰ ਬਣਾਇਆ ਸੀ, ਪਰ ਭਗਵਾਨ ਨੇ ਇਸ ਦੇ ਸਾਰੇ ਸੰਕਲਪ ਵੀ ਪੂਰੇ ਕਰ ਦਿੱਤੇ ਤੇ ਮੁਕਤ ਪਦ ਦੀਤ, ਮੁਕਤੀ ਦੀ ਪਦਵੀ ਵੀ ਧਰੋਂ ਭਗਤ ਦੇ ਤਾਈਂ ਬਖਸ਼ ਦਿੱਤੀ। ਜੈਸਾ ਕਿ 5 ਬਰਖ ਕੋ ਅਨਾਥ ਧਰੋਂ ਬਾਰਕ, ਹਰ ਸਿਮਰਤ ਅਮਰ ਅਟਾਰੇ। 5 ਬਰਖ ਕੇ 5 ਸਾਲਾਂ ਦਾ ਸੀ, ਜੋ ਅਨਾਥ ਧਰੋਂ ਬਾਰਕ ਬੱਚਾ ਸੀ ਤੇ ਹਰ ਸਿਮਰਤ ਹਰੀ ਪਰਮੇਸ਼ਰ ਦਾ ਸਿਮਰਨ ਕਰਕੇ ਅਮਰ ਅਟਾਰੇ ਕਿ ਨਾਲੇ ਤਾਂ ਜਿਹੜੇ ਮਨ ਦੇ ਸੰਕਲਪ ਸੀ ਉਹ ਪੂਰੇ ਹੋ ਗਏ ਤੇ ਨਾਲੇ ਉੱਤਮ ਪਦਵੀ ਪ੍ਰਾਪਤ ਹੋ ਗਈ ਭਗਤ ਧਰੋਂ ਨੂੰ। ਮਹਾਰਾਜ ਜੀ ਕਹਿਣ ਲੱਗੇ, ਐਸਾ ਮੀਤ ਕਰਹੋ ਸਭ ਕੋਏ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਐਸਾ ਇਸ ਤਰ੍ਹਾਂ ਦਾ ਮੀਤ ਮਿੱਤਰ ਅਕਾਲ ਪੁਰਖ ਪਰਮੇਸ਼ਰ ਹੈ ਕਿ ਜੋ ਸਾਰੇ ਸੰਕਲਪ ਵੀ ਪੂਰੇ ਕਰ ਦਿੰਦਾ ਹੈ, ਭਗਤੀ ਦੀ ਦਾਤ ਵੀ ਬਖਸ਼ ਦਿੰਦਾ ਹੈ। ਉਸ ਨੂੰ ਸਭ ਕੋਈ ਹੀ ਆਪਣਾ ਪਿਆਰਾ ਬਣਾਉਣਾ ਕਰੋ, ਆਪਣਾ ਮਿੱਤਰ ਬਣਾਉਣਾ ਕਰੋ।
ਤਾਂ ਤੇ ਬਿਰਥਾ ਕੋਇ ਨਾ ਹੈ। ਜਿਸ ਵਾਹਿਗੁਰੂ ਦੀ ਸ਼ਰਨ ਵਿੱਚ ਪੈਣ ਕਰਕੇ ਕੋਈ ਵੀ ਬਿਰਥਾ, ਕੋਈ ਵੀ ਖਾਲੀ ਨਹੀਂ ਹੁੰਦਾ, ਕੋਈ ਵੀ ਬਿਰਥਾ ਹੁੰਦਾ, ਪੀੜਾ ਨਹੀਂ ਰਹਿੰਦੀ। ਆਪਣੇ ਸੁਆਏ ਹਿਰਦੈ ਨ ਲੈ ਧਾਰਿਆ, ਆਪਣੇ ਸੁਆਏ ਹਿਰਦੈ ਲੈ ਧਾਰਿਆ। ਹੈ ਭਾਈ, ਜਿਨ੍ਹਾਂ ਨੇ ਆਪਣੇ ਸੁਆਏ ਸਵਾਰਥ ਪ੍ਰਯੋਜਨ ਵਾਸਤੇ ਗੁਰਾਂ ਤੋਂ ਪਰਮੇਸ਼ਰ ਦਾ ਨਾਮ ਲੈ ਕੇ ਹਿਰਦੇ ਵਿੱਚ ਧਾਰਨ ਕੀਤਾ ਹੈ। ਆਪਣੇ ਸੁਆਏ ਹਿਰਦੈ ਲੈ ਧਾਰਿਆ। ਹੇ ਭਾਈ, ਜਿਨ੍ਹਾਂ ਨੇ ਆਪਣੇ ਸੁਆਏ ਸਵਾਰਥ ਪ੍ਰਯੋਜਨ ਵਾਸਤੇ ਗੁਰਾਂ ਤੋਂ ਪਰਮੇਸ਼ਰ ਦਾ ਨਾਮ ਲੈ ਕੇ ਹਿਰਦੈ ਲੈ ਧਾਰਿਆ, ਹਿਰਦੇ ਵਿੱਚ ਧਾਰਨ ਕੀਤਾ ਹੈ। ਦੁੱਖ ਦਰਦ ਰੋਗ ਸਗਲ ਵਿਦਾਰਿਆ, ਉਹਨਾਂ ਦਾ ਜੰਮਣ ਮਰਨ ਦਾ ਦੁੱਖ, ਅਵਿਦਿਆ ਦੀ ਪੀੜਾ, ਹਉਮੈ ਦਾ ਰੋਗ ਆਦਿਕ ਸਾਰੇ ਵਿਦਾਰਿਆ, ਨਾਸ ਕਰ ਦਿੱਤੇ ਹਨ। ਰਸਨਾ ਗੀਦੀ ਬੋਲਤ ਰਾਮ, ਜਿਨ੍ਹਾਂ ਦੀ ਰਸਨਾ, ਜਿਨ੍ਹਾਂ ਦੀ ਜਿਹਬਾ ਪਰਮੇਸ਼ਰ ਦੇ ਬੋਲਣ ਵਿੱਚ ਗੀਦੀ ਗਿੱਝ ਗਈ ਹੈ। ਰਸਨਾ ਗੀਦੀ ਬੋਲਤ ਰਾਮ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੈ ਭਾਈ, ਜਿਨ੍ਹਾਂ ਦੀ ਜਿਹਬਾ ਰਸਨਾ ਪਰਮੇਸ਼ਰ ਦੇ ਬੋਲਣ ਵਿੱਚ ਗਿੱਝ ਗਈ ਹੈ, ਪੂਰਨ ਹੋਏ ਸਗਲੇ ਕਾਮ, ਉਹਨਾਂ ਦੇ ਸਗਲੇ ਸਾਰੇ ਕੰਮ ਮਨੋਰਥ ਪੂਰੇ ਹੋ ਗਏ ਹਨ। ਅਨਕ ਬਾਰ ਨਾਨਕ ਬਲਿਹਾਰਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਅਨਕ ਬਾਰ, ਕਿ ਅਨਕ ਬਾਰ ਅਨੇਕਾਂ ਬਾਰੀ ਬਲਿਹਾਰਾ, ਬਲਿਹਾਰ ਕੁਰਬਾਨ ਜਾਈਏ। ਸਫਲ ਦਰਸ਼ਨ ਗੋਬਿੰਦ ਹਮਾਰਾ। ਹੈ ਭਾਈ, ਜੋ ਹਮਾਰਾ ਸਾਡਾ ਗੋਬਿੰਦ ਪਰਮੇਸ਼ਰ ਹੈ, ਉਸ ਦਾ ਦਰਸ਼ਨ, ਉਸ ਦਾ ਦੀਦਾਰ ਸਫਲਾ ਹੈ, ਸਹਿਤ ਗਿਆਨ ਦੇ ਹੈ, ਸਹਿਤ ਫਲ ਦੇ ਹੈ। ਕਿ ਅਸੀਂ ਅਨੇਕਾਂ ਵਾਰੀ ਉਸ ਪਰਮੇਸ਼ਰ ਤੋਂ ਬਲਿਹਾਰ ਕੁਰਬਾਨ ਜਾਣਾ ਕਰੀਏ। ਗੌੜੀ ਮਹੱਲਾ ਪੰਜਵਾ। ਕੋਟ ਬਿਘਨ ਹਿਰੇ ਖਿਨ ਮਾਹੇ, ਹਰ ਹਰ ਕਥਾ ਸਾਧ ਸੰਗ ਸੁਨਾਹੇ। ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ, ਜਾਪ ਹਰ ਚਰਨ ਮਿੱਟੀ ਖੁਦ ਤਾਸ ਰਹਾਉ। ਸਰਬ ਕਲਿਆਣ ਸੁਖ ਸਹਿਜ ਨਿਧਾਨ, ਜਾਂ ਕੈ ਹਿਰਦੈ ਬਸਹਿ ਭਗਵਾਨ। ਔਖਦ ਮੰਤਰ ਤੰਤ ਸਭ ਸਾਰ, ਕਰਨੈ ਹਾਰ ਹਿਰਦੈ ਮਹਿ ਧਾਰ। ਤਾਜ ਸਭ ਭਰਮ ਭਜਿਓ ਪਾਰ ਬ੍ਰਹਮ, ਕਹੋ ਨਾਨਕ ਅਟਲ ਇਹੋ ਧਰਮ। ਤਾਜ ਸਭ ਭਰਮ ਭਜਿਓ ਪਾਰ ਬ੍ਰਹਮ, ਕਹੋ ਨਾਨਕ ਅਟਲ ਇਹੋ ਧਰਮ। ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਪਰਮੇਸ਼ਰ ਦੇ ਨਾਲ ਜੁੜਨ ਦੀ ਵਿਚਾਰ ਦੱਸਦੇ ਹਨ। ਕੋਟ ਬਿਘਨ ਹਿਰੇ ਖਿਨ ਮਾਹੇ। ਮਹਾਰਾਜ ਜੀ ਕਹਿਣ ਲੱਗੇ, ਹੈ ਭਾਈ, ਉਹਨਾਂ ਜਨਾਂ ਦੇ, ਉਹਨਾਂ ਸੇਵਕਾਂ ਦੇ, ਉਹਨਾਂ ਭਗਤਾਂ ਦੇ ਕਰੋੜਾਂ ਵਿਘਨ, ਕਰੋੜਾਂ ਰੁਕਾਵਟਾਂ ਹਿਰੇ ਖਿਨ ਮਾਹੇ, ਇੱਕ ਛਿਨ ਮਾਤਰ ਵਿੱਚ ਨਾਸ ਹੋ ਜਾਂਦੇ ਹਨ, ਨਾਸ ਕਰ ਦਿੱਤੀਆਂ ਹਨ। ਕੋਟ ਬਿਘਨ ਹਿਰੇ ਖਿਨ ਮਾਹੇ, ਕਿ ਹੈ ਭਾਈ, ਉਹਨਾਂ ਜਨਾਂ ਦੇ ਕਰੋੜਾਂ ਵਿਘਨ, ਕਰੋੜਾਂ ਰੁਕਾਵਟਾਂ ਇੱਕ ਛਿਨ ਮਾਤਰ ਵਿੱਚ ਹੀ ਨਾਸ ਕਰ ਦਿੱਤੀਆਂ ਹਨ। ਅੱਖ ਝਮਕਣ ਦੇ ਸਮੇਂ, ਜਿਤਨੇ ਸਮੇਂ ਦੇ ਵਿੱਚ ਹੀ ਪਰਮੇਸ਼ਰ ਨੇ ਰੁਕਾਵਟਾਂ ਵਿਘਨ ਨਾਸ ਕਰ ਦਿੱਤੇ ਹਨ। ਜਿਨ੍ਹਾਂ ਨੇ ਹਰ ਹਰ ਕਥਾ ਸਾਧ ਸੰਗ ਸੁਨਾਹੇ,
ਕਿ ਜਿਨ੍ਹਾਂ ਨੇ ਸਾਧ ਸੰਗ ਸਤ ਸੰਗਤ ਵਿੱਚ ਮਿਲ ਕਰਕੇ ਹਰ ਹਰ ਹਰੀ ਪਰਮੇਸ਼ਰ ਦੀ ਕਥਾ ਨੂੰ ਸੁਨਾਹੇ ਸੁਣਿਆ ਹੈ, ਜੋ ਦੂਜਿਆਂ ਨੂੰ ਸੁਣਾਉਂਦੇ ਹਨ। ਕੋਟ ਬਿਗਨ ਹਿਰੇ ਖਿਨ ਮਾਹੇ, ਹਰ ਹਰ ਕਥਾ ਸਾਧ ਸੰਗ ਸੁਨਾਹੇ। ਹੇ ਭਾਈ, ਉਹਨਾਂ ਜਨਾਂ ਦੇ, ਉਹਨਾਂ ਸੇਵਕਾਂ ਦੇ, ਉਹਨਾਂ ਭਗਤਾਂ ਦੇ ਕਰੋੜਾਂ ਬਿਗਨ, ਕਰੋੜਾਂ ਰੁਕਾਵਟਾਂ ਇੱਕ ਛਿਨ ਮਾਤਰ ਵਿੱਚ ਹੀ ਨਾਸ ਕਰ ਦਿੱਤੀਆਂ ਹਨ। ਹਰ ਹਰ ਕਥਾ ਸਾਧ ਸੰਗ ਸੁਨਾਹੇ, ਜਿਨ੍ਹਾਂ ਨੇ ਸਾਧ ਸੰਗ ਸਤ ਸੰਗਤ ਵਿੱਚ ਮਿਲ ਕਰਕੇ ਹਰ ਹਰ ਪਰਮੇਸ਼ਰ ਹਰੀ ਪਰਮੇਸ਼ਰ ਦੀ ਕਥਾ ਨੂੰ ਸੁਣਿਆ ਹੈ, ਜਾਂ ਜੋ ਦੂਜਿਆਂ ਨੂੰ ਸੁਣਾਉਂਦਾ ਹੈ। ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ, ਉਹ ਪੁਰਸ਼ ਪਰਮੇਸ਼ਰ ਦੇ ਨਾਮ ਨੂੰ ਪ੍ਰੇਮ ਦੁਆਰਾ ਪੀਣਾ ਕਰਦੇ ਹਨ। ਜਿਹੜੇ ਪਰਮੇਸ਼ਰ ਦੀ ਕਥਾ ਸੁਣਦੇ ਹਨ ਕਿ ਉਹ ਪੁਰਸ਼ ਪਰਮੇਸ਼ਰ ਦੇ ਨਾਮ ਨੂੰ ਪ੍ਰੇਮ ਦੁਆਰਾ, ਰਸ ਦੁਆਰਾ ਪੀਣਾ ਕਰਦੇ ਹਨ, ਜਿਸ ਵਿੱਚ ਅੰਮ੍ਰਿਤ ਗੁਣ ਜਾਸ, ਜਿਸ ਵਿੱਚ ਅੰਮ੍ਰਿਤ ਅਮਰ ਕਰਨ ਵਾਲਾ, ਮੁਕਤੀ ਕਰਨ ਵਾਲਾ, ਬ੍ਰਹਮ ਗਿਆਨ ਦੇਣ ਵਾਲਾ ਗੁਣ ਹੈ, ਕਿ ਉਸ ਪਰਮੇਸ਼ਰ ਦੇ ਨਾਮ ਨੂੰ ਪ੍ਰੇਮ ਦੁਆਰਾ, ਰਸ ਦੁਆਰਾ ਪੀਣਾ ਕਰਦੇ ਹਨ। ਅਤੇ ਜਪ ਹਰ ਚਰਨ ਮਿੱਟੀ ਖੁਦ ਤਾਸ, ਅਤੇ ਜਿਨ੍ਹਾਂ ਨੇ ਹਰੀ ਦੇ ਚਰਨਾਂ ਕਮਲਾਂ ਨੂੰ ਜਪਣਾ ਕੀਤਾ ਹੈ। ਚਰਨਾਂ ਕਮਲਾਂ ਦਾ ਭਾਵ ਹੈ ਨਾਮ, ਕਿ ਜਿਨ੍ਹਾਂ ਨੇ ਹਰੀ ਦੇ ਚਰਨਾਂ ਭਾਵ ਨਾਮ ਨੂੰ ਜਪਣਾ ਕੀਤਾ ਹੈ, ਉਹਨਾਂ ਦੀ ਆਸਾ ਰੂਪੀ ਭੁੱਖ ਅਤੇ ਤ੍ਰਿਸ਼ਨਾ ਆਦਿਕ ਸਭ ਮਿਟ ਗਈ ਹੈ। ਸਾਰੀ ਦੁਨੀਆ ਵਿੱਚ ਜਿਸ ਦਾ ਉੱਚਾ ਜਸ ਹੈ, ਕਿ ਜਿਨ੍ਹਾਂ ਨੇ ਹਰੀ ਦੇ ਜਸ ਨੂੰ, ਹਰੀ ਦੇ ਨਾਮ ਨੂੰ ਜਪਣਾ ਕੀਤਾ ਹੈ, ਉਹਨਾਂ ਦੀ ਆਸਾ ਰੂਪੀ ਭੁੱਖ ਅਤੇ ਤ੍ਰਿਸ਼ਨਾ ਮਿਟ ਗਈ ਹੈ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ, ਸਰਬ ਕਲਿਆਣ ਸੁਖ ਸਹਿਜ ਨਿਧਾਨ, ਉਹਨਾਂ ਨੂੰ ਸਰਬ ਕਲਿਆਣ, ਸਾਰੀਆਂ ਮੁਕਤੀਆਂ ਪ੍ਰਾਪਤ ਹੋ ਗਈਆਂ ਹਨ। ਅਤੇ ਸੁਖ ਸਹਿਜ ਨਿਧਾਨ, ਕਿ ਸਹਿਜ ਸਹਿਜੇ ਹੀ ਸੁੱਖਾਂ ਦਾ ਨਿਧਾਨ ਖਜ਼ਾਨਾ ਪਰਮੇਸ਼ਰ ਪ੍ਰਾਪਤ ਹੋ ਗਿਆ ਹੈ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਜਾਪ ਜਪਣਾ ਕੀਤਾ ਹੈ, ਪਰਮੇਸ਼ਰ ਦੇ ਨਾਮ ਨੂੰ ਹਿਰਦੇ 'ਚ ਵਸਾਉਣਾ ਕੀਤਾ ਹੈ, ਉਹਨਾਂ ਨੂੰ ਸਾਰੀਆਂ ਮੁਕਤੀਆਂ ਪ੍ਰਾਪਤ ਹੋ ਗਈਆਂ ਹਨ। ਸੁਖ ਸਹਿਜ ਨਿਧਾਨ, ਅਤੇ ਸਹਿਜੇ ਹੀ ਸੁੱਖਾਂ ਦਾ ਖਜ਼ਾਨਾ ਪਰਮੇਸ਼ਰ ਪ੍ਰਾਪਤ ਹੋ ਗਿਆ ਹੈ। ਜਾਂ ਕੈ ਹਿਰਦੈ ਬਸਹਿ ਭਗਵਾਨ, ਜਿਨ੍ਹਾਂ ਦੇ ਹਿਰਦੈ ਹਿਰਦੇ ਵਿੱਚ ਪਰਮੇਸ਼ਰ ਵਸ ਜਾਂਦਾ ਹੈ, ਉਹਨਾਂ ਨੂੰ ਸਾਰੀਆਂ ਕਲਿਆਣ ਰੂਪੀ ਮੁਕਤੀਆਂ ਪ੍ਰਾਪਤ ਹੋ ਗਈਆਂ ਹਨ। ਔਖਦ ਮੰਤਰ ਤੰਤ ਸਭ ਸਾਰ, ਹੈ ਭਾਈ, ਇਹ ਔਖਦ ਦਵਾਈ, ਮੰਤਰ ਸ਼ਬਦ ਆਦਿਕ ਪੜ੍ਹਨੇ ਅਤੇ ਤੰਤ ਮੌਲੀ ਵਿੱਚ 6-7 ਗੰਢਾਂ ਦੇ ਕੇ ਟੂਣਾ ਆਦਿਕ ਕਰਨਾ, ਇਹ ਸਾਰਾ ਅੰਤ ਨੂੰ ਸੁਆਹ ਹੀ ਹੋ ਜਾਣਾ ਹੈ। ਔਖਦ ਮੰਤਰ ਤੰਤ ਸਭ ਸਾਰ, ਹੈ ਭਾਈ, ਇਹ ਔਖਦ ਜੋ ਦਵਾਈ ਹੈ ਸ਼ਬਦ ਰੂਪੀ, ਇਹ ਸ਼ਬਦ ਰੂਪੀ ਦਵਾਈ ਪੜ੍ਹਨੇ ਅਤੇ ਤੰਤ ਮੌਲੀ ਵਿੱਚ 6-7 ਗੰਢਾਂ ਦੇ ਕੇ ਟੂਣਾ ਆਦਿਕ ਕਰਨਾ, ਇਹ ਸਾਰਾ ਅੰਤ ਨੂੰ ਸੁਆਹ ਹੀ ਹੋ ਜਾਣਾ ਹੈ, ਕੋਈ ਨਾਲ ਨਹੀਂ ਜਾਣਾ। ਇਸ ਕਰਕੇ ਕਰਨੈ ਹਾਰ ਹਿਰਦੈ ਮੈਂ ਧਾਰ, ਇਸ ਕਰਕੇ ਸਾਰੇ ਜਗਤ ਨੂੰ ਪੈਦਾ ਕਰਨ ਵਾਲੇ ਪਰਮੇਸ਼ਰ ਨੂੰ ਹਿਰਦੇ ਵਿੱਚ ਧਾਰਨਾ ਕਰੋ। ਔਖਦ ਮੰਤਰ ਤੰਤ ਸਭ ਸਾਰ, ਕਿ ਹੈ ਭਾਈ, ਇਹ ਔਖਦ ਦਵਾਈ ਮੰਤਰ ਸ਼ਬਦ ਆਦਿਕ ਪੜ੍ਹਨੇ ਕਰਕੇ, ਜੇ ਇਹ ਜੀਵ ਕਿ ਦਵਾਈ ਰੂਪੀ ਮੰਤਰ
ਪੜ੍ਹੂਗਾ, ਹਿਰਦੇ ਤੋਂ ਪਰਮੇਸ਼ਰ ਦਾ ਨਾਮ ਜਪੂਗਾ, ਤਾਂ ਮੌਲੀ ਵਿੱਚ 6-7 ਗੰਢਾਂ ਦੇ ਕੇ ਟੂਣਾ ਆਦਿਕ ਕਰਨਾ ਹੈ, ਜਿਹੜਾ ਇਹ ਸਾਰਾ ਅੰਤ ਨੂੰ ਸੁਆਹ ਹੀ ਹੋ ਜਾਣਾ ਹੈ। ਕੋਈ ਨਾਲ ਨੂੰ ਨਹੀਂ ਜਾਣਾ। ਇਸ ਕਰਕੇ ਸਾਰੇ ਜਗਤ ਨੂੰ ਪੈਦਾ ਕਰਨ ਵਾਲੇ ਪਰਮੇਸ਼ਰ ਨੂੰ ਹਿਰਦੇ ਵਿੱਚ ਧਾਰਨਾ ਕਰੋ। ਤਾਜ ਸਭ ਭਰਮ ਭਜਿਓ ਪਾਰ ਬ੍ਰਹਮ, ਕਿ ਸਾਰੇ ਭਰਮ ਸਾਰੇ ਵਹਿਮਾਂ ਨੂੰ ਤਾਜ ਛੱਡ ਕੇ ਪਰਮੇਸ਼ਰ ਨੂੰ ਭਜਿਓ, ਸਿਮਰਨਾ ਕਰੋ। ਕਹੋ ਨਾਨਕ ਅਟਲ ਇਹੋ ਧਰਮ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹੋ ਹੀ ਅਟਲ ਨਾ ਟਲਣ ਵਾਲਾ, ਇਹੋ ਹੀ ਅਟਲ ਨਾ ਟਲਣ ਵਾਲਾ ਪੁੰਨ ਹੈ, ਕਿ ਤਾਜ ਸਭ ਭਰਮ ਭਜਿਓ ਪਾਰ ਬ੍ਰਹਮ। ਕਹੋ ਨਾਨਕ ਅਟਲ ਇਹੋ ਧਰਮ, ਕਿ ਸਾਰੇ ਵਹਿਮਾਂ ਨੂੰ ਛੱਡ ਕੇ ਪਰਮੇਸ਼ਰ ਨੂੰ ਸਿਮਰਨਾ ਕਰੋ। ਸਤਿਗੁਰੂ ਜੀ ਸਮਝਾ ਰਹੇ ਹਨ ਕਿ ਇਹੋ ਹੀ ਨਾ ਟਲਣ ਵਾਲਾ ਧਰਮ ਪੁੰਨ ਹੈ, ਕਿ ਜਿਹੜਾ ਪਰਮੇਸ਼ਰ ਦਾ ਸਿਮਰਨ ਕਰਨਾ ਹੈ, ਭਜਨ ਕਰਨਾ ਹੈ। ਇਹ ਪੁੰਨ ਕਿਉਂ ਹੈ? ਕਿ ਜਿਹੜੀ ਜੀਵ ਆਤਮਾ ਹੈ, ਨਾਮ ਜਪ ਕੇ ਉਸ ਨੇ ਸਫਲਾ ਹੋਣਾ ਹੈ। ਜੀਵ ਆਤਮਾ ਤੇ ਜਿਹੜਾ ਇਹ ਨਾਮ ਜਪ ਕੇ ਦਇਆ ਕਰਨੀ ਹੈ, ਉਸੇ ਦਇਆ ਦੁਆਰਾ ਇਹ ਜੀਵ ਆਤਮਾ ਨੇ ਸਫਲਾ ਹੋਣਾ ਹੈ, ਤਰ ਜਾਣਾ ਹੈ। ਇਸੇ ਕਰਕੇ ਸੰਸਾਰੀ ਜੀਵ ਤੇ ਦਇਆ ਕਰਦੇ ਹਨ। ਜੇ ਮਨੁੱਖ ਆਪਣੀ ਆਤਮਾ ਤੇ ਦਇਆ ਕਰੇ ਕਿ ਪਰਮੇਸ਼ਰ ਦਾ ਨਾਮ ਜਪੇ, ਪਰਮੇਸ਼ਰ ਦੇ ਨਾਮ ਜਪਣ ਨਾਲ ਹੀ ਉਸ ਨੇ ਬਲਵਾਨ ਹੋਣਾ ਹੈ, ਉਸ ਨੇ ਤਾਕੜੀ ਹੋਣਾ ਹੈ, ਉਸ ਨੇ ਇਸ ਪਾਪਾਂ ਤੋਂ ਬਚਣਾ ਹੈ, ਇਸ ਦੀ ਮੈਲ ਲੈਣੀ ਹੈ। ਕਿ ਇਸੇ ਕਰਕੇ ਜੀਵ ਆਤਮਾ ਵਾਸਤੇ ਪੁੰਨ ਕੀ ਹੈ? ਕਿ ਪਰਮੇਸ਼ਰ ਦਾ ਸਿਮਰਨ ਕਰਨਾ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਸਮਝਾਉਣਾ ਕੀਤਾ ਹੈ। ਅਗਲੇ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ। ਗੌੜੀ ਮਹੱਲਾ ਪੰਜਵਾ। ਕਰ ਕਿਰਪਾ ਭੇਟੇ ਗੁਰ ਸੋਈ, ਤਿਤ ਬਾਲ ਰੋਗ ਨਾ ਵਿਆਪੈ ਕੋਈ। ਰਾਮ ਰਾਵਣ ਤਰਨ ਭੈ ਸਾਗਰ, ਸਰਨ ਸੂਰ ਫਾਰੇ ਜਮ ਕਾਗਰ ਰਹਾਉ। ਸਤਿਗੁਰ ਮੰਤਰ ਦਿਓ ਹਰ ਨਾਮ, ਇਹ ਆਸਰ ਪੂਰਨ ਭਏ ਕਾਮ। ਜਾਪ ਤਾਪ ਸੰਜਮ ਪੂਰੀ ਵਡਿਆਈ, ਗੁਰ ਕਿਰਪਾ ਹਰ ਭਏ ਸਹਾਈ। ਮਾਨ ਮੋਹ ਖੋਏ ਗੁਰ ਭਰਮ, ਪੇਖ ਨਾਨਕ ਪਸਰੇ ਪਾਰ ਬ੍ਰਹਮ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ। ਕਰ ਕਿਰਪਾ ਭੇਟੇ ਗੁਰ ਸੋਈ, ਜਿਨ੍ਹਾਂ ਦੇ ਉੱਪਰ ਵਾਹਿਗੁਰੂ ਨੇ ਕਿਰਪਾ ਦਇਆ ਦ੍ਰਿਸ਼ਟੀ ਕਰੀ ਹੈ, ਉਹਨਾਂ ਨੂੰ ਸੋਈ, ਉਹਨਾਂ ਨੂੰ ਉਹੀ ਪਰਮੇਸ਼ਰ ਸਤਿਗੁਰੂ ਸਾਹਿਬ ਜੀ ਭੇਟੇ ਮਿਲੇ ਹਨ। ਕਰ ਕਿਰਪਾ ਭੇਟੇ ਗੁਰ ਸੋਈ, ਜਿਨ੍ਹਾਂ ਦੇ ਉੱਪਰ ਵਾਹਿਗੁਰੂ ਨੇ ਦਇਆ ਦ੍ਰਿਸ਼ਟੀ ਕਰੀ ਹੈ, ਉਹਨਾਂ ਨੂੰ ਉਹੀ ਪਰਮੇਸ਼ਰ ਸਰੂਪ ਸਤਿਗੁਰੂ ਜੀ ਮਿਲੇ ਹਨ। ਪੂਰਬਲੇ ਪੁੰਨਾਂ ਦੇ ਪ੍ਰੇਰੇ ਹੋਏ ਪਰਮੇਸ਼ਰ ਨੇ ਕਿਰਪਾ ਕਰਕੇ ਸਤਿਗੁਰਾਂ ਦੇ ਨਾਲ ਮੇਲਣਾ ਕੀਤਾ ਹੈ। ਤਿਤ ਬਲ ਰੋਗ ਨਾ ਵਿਆਪੈ ਕੋਈ, ਤਿਤ ਤਿੰਨਾਂ ਦੇ ਬਲ ਸ਼ਕਤੀ ਕਰਕੇ ਕਿਸੇ ਪ੍ਰਕਾਰ ਦਾ ਕੋਈ ਰੋਗ ਆਦਿਕ ਵਿਆਪਦਾ ਨਹੀਂ। ਸਤਿਗੁਰਾਂ ਦੇ ਵਿਵੇਕ ਰੂਪ ਜ਼ੋਰ ਕਰਕੇ, ਬਲ ਕਰਕੇ, ਹੰਕਾਰ ਆਦਿਕ ਕੋਈ ਵੀ ਰੋਗ ਨਹੀਂ ਵਿਆਪਦਾ। ਰਾਮ ਰਾਵਣ ਤਰਨ ਭੈ ਸਾਗਰ, ਜੋ ਰਾਮ ਪਰਮੇਸ਼ਰ ਦਾ ਰਾਵਣ ਉਚਾਰਨ ਕਰਨਾ ਹੈ, ਉਹ ਭੈ ਹੁੰਦਾ ਡਰ, ਭੈਦਾਇਕ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ।
ਰਾਮ ਰਮਣ ਤਰਨ ਭੈ ਸਾਗਰ। ਜੋ ਪਰਮੇਸ਼ਰ ਦਾ ਰਮਣ ਉਚਾਰਨ ਕਰਦਾ ਹੈ, ਨਾਮ ਜਪਦਾ ਹੈ, ਉਹ ਭੈਦਾਇਕ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਸਰਨ ਸੂਰ ਫਾਰੇ ਜਮ ਕਾਗਰ। ਜੋ ਸਤਿਗੁਰੂ ਜੀ ਆਪਣੀ ਓਟ ਆਇਆਂ ਨੂੰ ਰੱਖਣ ਵਾਸਤੇ ਸੂਰਵੀਰ ਹਨ। ਸਤਿਗੁਰੂ ਸਾਹਿਬ ਜੀ ਆਪਣੀ ਸਰਨ ਆਇਆਂ ਨੂੰ ਰੱਖਣ ਵਾਸਤੇ ਸੂਰਵੀਰ ਹਨ। ਫਾਰੇ ਜਮ ਕਾਗਰ, ਉਹ ਜਮਾਂ ਦੇ ਲੇਖੇ ਵਾਲੇ ਕਾਗਜ਼ ਵੀ ਪਾੜ ਦਿੰਦੇ ਹਨ। ਜੋ ਪਰਮੇਸ਼ਰ ਦਾ ਉਚਾਰਨ ਕਰਦਾ ਹੈ, ਪਰਮੇਸ਼ਰ ਦਾ ਨਾਮ ਜਪਦਾ ਹੈ, ਉਸ ਪਰਮੇਸ਼ਰ ਦਾ ਨਾਮ ਜਪਦਾ ਹੈ, ਉਹ ਭੈਦਾਇਕ ਸੰਸਾਰ ਸਮੁੰਦਰ ਤੋਂ ਤਾਰ ਦਿੰਦਾ ਹੈ। ਸਤਿਗੁਰੂ ਜੀ ਆਪਣੀ ਓਟ ਆਇਆਂ ਨੂੰ ਰੱਖਣ ਵਾਸਤੇ ਸੂਰਵੀਰ ਹਨ। ਉਹ ਜਮਾਂ ਦੇ ਲੇਖੇ ਵਾਲੇ ਕਾਗਜ਼ ਵੀ ਪਾੜ ਦਿੰਦੇ ਹਨ। ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ, ਸਤਿਗੁਰ ਮੰਤਰ ਦਿਓ ਹਰ ਨਾਮ। ਗੁਰੂ ਸਾਹਿਬ ਜੀ ਨੇ ਤਾਂ ਪਰਮੇਸ਼ਰ ਦੇ ਨਾਮ ਦਾ ਹੀ ਆਪਣੇ ਸਿੱਖਾਂ ਨੂੰ ਮੰਤਰ ਉਪਦੇਸ਼ ਦੇਣਾ ਕੀਤਾ ਹੈ। ਇਸ ਨਾਮ, ਇਸ ਮੰਤਰ ਦੇ ਆਸਰੇ ਪੂਰਨ ਭਏ ਕਾਮ, ਕਿ ਇਹ ਆਸਰ ਪੂਰਨ ਭਏ ਕਾਮ। ਇਸ ਨਾਮ ਮੰਤਰ ਦੇ ਆਸਰੇ ਉਹਨਾਂ ਦੇ ਲੋਕ ਪਰਲੋਕ ਦੇ ਸਾਰੇ ਕੰਮ ਪੂਰੇ ਹੋ ਗਏ ਹਨ। ਜਪ ਤਪ ਸੰਜਮ ਪੂਰੀ ਵਡਿਆਈ। ਉਹਨਾਂ ਦਾ ਹੀ ਜਪ ਜੋ ਬਾਣੀ ਕਰਕੇ ਆਰਾਧਨ ਕਰਨਾ ਸੀ, ਤਾਪ ਜੋ ਸਰੀਰ ਕਰਕੇ ਕਰਨਾ ਸੀ, ਅਤੇ ਸੰਜਮ ਇੰਦਰੀਆਂ ਦਾ ਦਮਨ ਕਰਨਾ ਸੀ, ਅਤੇ ਉਹਨਾਂ ਨੂੰ ਹੀ ਪੂਰਨ ਬ੍ਰਹਮ ਵਿਦਿਆ ਦੀ ਪ੍ਰਾਪਤੀ ਕਰਕੇ ਜੀਵਨ ਮੁਕਤ ਦੀ ਵਡਿਆਈ ਪ੍ਰਾਪਤ ਹੋਈ ਹੈ। ਕਿ ਇਹ 3 ਪ੍ਰਕਾਰ ਦਾ ਹੁੰਦਾ ਹੈ। ਸਾਕਤੀ ਜੋ ਤਾਪ ਹੁੰਦਾ ਹੈ, ਇਹ ਜਪ ਤੇ ਤਾਪ, ਇਹ 3 ਪ੍ਰਕਾਰ ਦਾ ਹੁੰਦਾ ਹੈ। ਜਪ ਕੀ ਹੁੰਦਾ ਹੈ ਕਿ ਸਾਤਕੀ, ਮਨ ਦਾ ਵਿਸਰਾਮ ਪਾ ਜਾਣਾ। ਰਾਜਸੀ ਇੰਦਰੀਆਂ ਨੂੰ ਦਮਨ ਕਰਕੇ ਮਨ ਦਾ ਫੁਰਨਾ ਨਾ ਰੋਕਣਾ। ਤਾਮਸੀ ਕਿਸੇ ਨੂੰ ਮਾਰਨ ਵਾਸਤੇ ਜਾਪ ਕਰਨਾ। ਤੇ ਤਾਪ ਵੀ 3 ਪ੍ਰਕਾਰ ਦਾ ਹੁੰਦਾ ਹੈ। ਸਾਤਕੀ ਚਿੱਤ ਦੀ ਇਕਾਗਰਤਾ ਕਰਨੀ, ਰਾਜਸੀ ਇੰਦਰੀਆਂ ਦਾ ਦਮਨ ਕਰਕੇ ਰੱਖਣਾ, ਤਾਮਸੀ ਜਲ ਧਾਰਾ ਕਰਨੇ, ਧੂਣੀਆਂ ਤਪਾਉਣੀਆਂ, ਵਰਤ ਰੱਖਣੇ। ਜਿਨ੍ਹਾਂ ਉੱਪਰ ਸਤਿਗੁਰੂ ਸਾਹਿਬ ਜੀ ਕਿਰਪਾਲੂ ਹੁੰਦੇ ਹਨ, ਉਹਨਾਂ ਦੇ ਤਾਂ ਅਕਾਲ ਪੁਰਖ ਜੀ ਆਪ ਲੋਕ ਪਰਲੋਕ ਵਿੱਚ ਸਹਾਇਕ ਹੋਏ ਹਨ। ਮਾਨ ਮੋਹ ਖੋਏ ਗੁਰ ਭਰਮ। ਗੁਣਾਂ ਦਾ ਮਾਨ, ਹੰਕਾਰ, ਸਰੀਰਾਂ ਅਤੇ ਪਦਾਰਥਾਂ ਦਾ ਮੋਹ ਅਤੇ ਸਰੂਪ ਦਾ ਭੁਲੇਖਾ ਆਦਿ ਸਾਰੇ ਸਤਿਗੁਰਾਂ ਨੇ ਖੋ ਦਿੱਤੇ ਹਨ, ਮੇਟ ਦਿੱਤੇ ਹਨ। ਪੇਖ ਨਾਨਕ ਪਸਰੇ ਪਾਰ ਬ੍ਰਹਮ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਭਾਈ, ਉਹਨਾਂ ਨੇ ਪਾਰ ਬ੍ਰਹਮ ਪਰਮੇਸ਼ਰ ਨੂੰ ਹੀ ਸਾਰੇ ਫੈਲਿਆ ਹੋਇਆ ਵੇਖਣਾ ਕੀਤਾ ਹੈ। ਕਿ ਜਿਨ੍ਹਾਂ ਉੱਪਰ ਸਤਿਗੁਰੂ ਸਾਹਿਬ ਜੀ ਕਿਰਪਾਲੂ ਹੁੰਦੇ ਹਨ, ਉਹਨਾਂ ਦੇ ਤਾਂ ਅਕਾਲ ਪੁਰਖ ਜੀ ਆਪ ਲੋਕ ਪਰਲੋਕ ਵਿੱਚ ਸਹਾਇਕ ਹੋਏ ਹਨ।